अस्सलाम वालेकुम जी, सब ਦਾ ਵਾਮ ਵੈਲਕਮ ਮੇਰੇ ਚੈਨਲ ਤੇ। ਇੱਕ ਬਾਈ ਦਾ ਹੋਰ ਸਵਾਲ ਸੀ ਕਿ ਉਹ ਆਪਣੀ ਫੈਮਿਲੀ ਦੇ ਕਿਸੇ ਮੈਂਬਰ ਦੀ ਰੈਜ਼ੀਡੈਂਸੀ ਕੈਂਸਲ ਕਰਾਉਣਾ ਚਾਹੁੰਦੇ ਨੇ ਤੇ ਉਸ ਦਾ ਕੀ ਤਰੀਕਾਕਾਰ ਹੈ। ਕਿਆ ਸਪੇਨ ਦੇ ਵਿੱਚ ਅਸੀਂ ਕਿਸੇ ਦਾ ਕਾਰਡ ਕੈਂਸਲ ਕਰਵਾ ਸਕਨੇ ਹਾਂ? ਅਗਰ ਇਸ ਦਾ ਜਵਾਬ ਹਾਂ ਵਿੱਚ ਹੈ ਤੇ ਉਸ ਦਾ ਪ੍ਰੋਸੈਸ ਕੀ ਹੈ, ਕਿਸ ਤਰ੍ਹਾਂ ਮੈਂ ਜਾ ਕੇ ਕਰਾ ਸਕਨੇ ਹਾਂ। ਨਾਰਮਲੀ ਤੌਰ ਤੇ ਸਿਚੁਏਸ਼ਨ ਨੂੰ ਸਮਝਣਾ ਪੈਂਦਾ ਕਿ ਇੱਕ ਬੰਦਾ ਇੱਥੇ ਸਪੇਨ ਦੇ ਵਿੱਚ ਲੀਗਲ ਹੈ, ਵਰਕਰ ਹੈ, ਤੇ ਉਹ ਸਿਰਫ ਔਰ ਸਿਰਫ ਰਿਆ ਗਰੁਪਾਸੀਓਨ ਕਰ ਸਕਦਾ ਹੈ, ਬੁਲਾ ਸਕਦਾ ਹੈ ਆਪਣੀ ਬੀਵੀ ਔਰ ਬੱਚਿਆਂ ਨੂੰ। ਠੀਕ ਹੋ ਗਿਆ। ਨਾਰਮਲ ਤੌਰ 'ਤੇ ਬੱਚਿਆਂ ਨਾਲ ਤੇ ਹਾਲਾਤ ਤਕਰੀਬਨ ਠੀਕ ਹੀ ਹੁੰਦੇ ਨੇ, ਕੈਂਸਲ ਉਹਨਾਂ ਦੇ ਤੇ ਇਨਸਾਨ ਨਹੀਂ ਕਰਦਾ, ਲੇਕਿਨ ਅਮੂਮਨ ਮੇਰੀ ਨਜ਼ਰ 'ਚ ਕਈ ਕੇਸਿਸ ਜਦੋਂ ਦਾ ਮੈਂ ਇਸ ਸੋਸ਼ਲ ਮੀਡੀਆ 'ਚ ਸ਼ੁਰੂ ਕੀਤਾ, ਕਈ ਕੇਸਿਸ ਆਏ ਨੇ ਜਿਹਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੇ ਮਸਾਇਲ ਬਣੇ ਨੇ। ਹੈ ਜ਼ਾਹਿਰ ਬਾਤ ਹੈ, ਸਾਡੇ ਮਾਸ਼ਰੇ ਦੇ ਵਿੱਚ ਹਰ ਇਨਸਾਨ ਦੀ ਆਪਣੀ ਸਟੋਰੀ ਹੁੰਦੀ ਹੈ, ਲੇਕਿਨ ਅਮੂਮਨ ਸਾਡੇ ਮਾਸ਼ਰੇ ਦੇ ਵਿੱਚ ਬੰਦੇ ਜਿਹੜੇ ਨੇ ਬੜੇ ਔਖੇ ਹੋ ਕੇ ਆਪਣੀ ਫੈਮਲੀਜ਼ ਨੂੰ ਬੁਲਾਉਂਦੇ ਨੇ। ਫਿਰ ਕੋਈ ਬੰਦਿਆਂ ਵਿੱਚ ਵੀ ਕੋਈ ਬਖਤਾਂ ਹੁੰਦੀਆਂ ਹੀ ਨੇ, ਤੇ ਉਹ ਇੱਥੇ ਆ ਕੇ ਫਿਰ ਅਮੂਮਨ ਕਈ ਮੀਆਂ ਬੀਵੀ ਦੀ ਆਪਸ ਵਿੱਚ ਨਹੀਂ ਬਣਦੀ ਹੈ। ਜਦੋਂ ਨਹੀਂ ਬਣਦੀ ਤੇ ਫਿਰ ਬੀਵੀ ਲੈਦਾ ਹੋ ਜਾਂਦੀ ਹੈ। ਫਿਰ ਹਸਬੈਂਡ ਕੋਲੋਂ ਕਦੇ ਥੋੜ੍ਹੀ ਜਿਹੀ ਮਤਲਬ ਉਹ ਬਰਦਾਸ਼ਤ ਨਹੀਂ ਹੁੰਦੀ ਇਹ ਚੀਜ਼ ਹੈ ਕਿ ਮੈਂ ਇਸ ਬੰਦੇ ਨੂੰ ਬੁਲਾਇਆ ਹੈ, ਬੰਦੀ ਨੂੰ ਮੈਂ ਤੈਨੂੰ ਇੱਥੇ ਆ ਕੇ ਸੈਟਲਡ ਕੀਤਾ ਔਰ ਇਹ ਹੁਣ ਆਪਣੇ ਤੇ ਹੀ ਹੋ ਗਈ। ਇਹ ਸਿਰਫ ਹਸਬੈਂਡ ਦਾ ਨਹੀਂ ਹੈ, ਵਾਈਫ ਦਾ ਵੀ ਹੈ। ਇਹ ਮੈਨੂੰ ਮੇਰੀ ਸੁਣਨ 'ਚ ਕਈ ਸਟੋਰੀ ਜਿਹਨੇ ਮੇਰੇ ਨਾਲ ਡਾਇਰੈਕਟ ਰਾਬਤਾ ਕੀਤਾ ਇੱਥੇ ਆਈਆਂ ਨੇ ਕਿ ਜਿਹਦੇ ਵਿੱਚ ਹਸਬੈਂਡ ਵੀ ਇੱਥੇ ਆ ਕੇ ਉਹ ਵੀ ਮਤਲਬ ਹੈ ਵਾਈਫ ਨੂੰ ਯੂਜ਼ ਕਰਕੇ ਇੱਥੇ ਆ ਜਾਂਦੇ ਨੇ ਹੈ, ਔਰ ਇੱਥੇ ਆ ਕੇ ਬਾਅਦ 'ਚੋਂ ਸਮਝਦੇ ਨੇ ਕਿ ਨਹੀਂ ਮੇਰਾ ਤੇ ਮੈਚ ਹੀ ਨਹੀਂ ਸੀ ਸਹੀ ਹੈ, ਔਰ ਉਹ ਵੀ ਲਹਿਦਾ ਹੋ ਜਾਂਦੇ ਨੇ, ਜਾਂ ਉਹਨਾਂ ਦੇ ਬਾਅਦ 'ਚ ਇੱਥੇ ਇਸ਼ੂਜ਼ ਬਣਨੇ ਸ਼ੁਰੂ ਹੋ ਜਾਂਦੇ ਨੇ ਸਸੁਰਾਲ ਵਾਲਿਆਂ ਨਾਲ, ਔਰ ਬਾਅਦ 'ਚ ਲਹਿਦਾ ਹੋ ਜਾਂਦੇ ਨੇ। ਫਿਰ ਸਸੁਰਾਲ ਵਾਲਿਆਂ 'ਚ ਵੀ ਇੱਕ ਥੋੜ੍ਹਾ ਜਿਹਾ ਵਿੰਗਾਂਸਾ ਹੋ ਜਾਂਦਾ ਕਿ ਇਹਨੂੰ ਅਸੀਂ ਮੰਗਾਇਆ, ਹੁਣ ਇਹ ਸਾਨੂੰ ਨਹੀਂ ਪੁੱਛ ਰਿਹਾ, ਵੱਖਰਾ ਹੋ ਗਿਆ ਤੇ ਅਸੀਂ ਇਸ ਦਾ ਕਾਰਡ ਕਿਸੇ ਤਰੀਕੇ ਕੈਂਸਲ ਕਰਾਈਏ। ਜਾਂ ਹਸਬੈਂਡ ਚਾਹੁੰਦੇ ਨੇ, ਜਾਂ ਬਾਅਦ ਦਫਾ ਬੀਵੀਆਂ ਨੂੰ ਧਮਕੀਆਂ ਵੀ ਲਾਉਂਦੇ ਨੇ। ਕਈਆਂ ਨੇ ਮੈਨੂੰ ਦੱਸਿਆ ਕਿ ਉਹਨਾਂ ਦੇ ਹਸਬੈਂਡ ਨੇ ਕਿਹਾ ਕਿ ਅਸੀਂ ਤੁਹਾਡਾ ਕਾਰਡ ਕੈਂਸਲ ਕਰਾ ਹੜਾਂਗੇ। ਬਾਕੀ ਇਸ ਵੀਡੀਓ 'ਚ ਅਸੀਂ ਸਮਝਾਂਗੇ ਕਿ ਅਗਰ ਕਿਸੇ ਦਾ ਕਾਰਡ ਕੈਂਸਲ ਕਰਵਾ ਸਕਨੇ ਹਾਂ ਤਾਂ ਕਿਸ ਤਰ੍ਹਾਂ ਕਰਾ ਸਕਨੇ ਹਾਂ। ਨਾਰਮਲੀ ਤੌਰ ਤੇ ਇਹ ਪਹਿਲੀ ਚੀਜ਼ ਤੇ ਇਹ ਸਮਝਣੀ ਚਾਹੀਦੀ ਹੈ ਕਿ ਸਪੇਨ ਯੂਰਪ ਦਾ ਇੱਕ ਤਗੜਾ ਮੁਲਕ ਹੈ, ਯੂਰਪੀ ਯੂਨੀਅਨ ਦਾ ਮੇਨ ਮੁਲਕ ਹੈ, ਸ਼ਿੰਗਨ ਮੈਂਬਰ ਦਾ ਮੁਲਕ ਹੈ। ਅਰਬ ਮੁਲਕ ਨਹੀਂ ਹੈ ਕਿ ਜਿੱਥੇ ਕਫੀਲ ਨੇ ਜਦੋਂ ਕਿਸੇ ਦਾ ਦਿਲ ਕੀਤਾ ਕਿਸੇ ਦਾ ਕੰਮ ਕੈਂਸਲ ਕਰਾ ਕੇ ਡਿਪੋਰਟ ਲਾ ਦਿੱਤਾ ਔਰ ਬੰਦਾ ਚਲਾ ਗਿਆ। ਠੀਕ ਹੈ, ਇੱਥੇ ਹਰ ਕੰਮ ਅਥਾਰਟੀਜ਼ ਹੀ ਕਰਦੀਆਂ ਨੇ, ਔਰ ਅਥਾਰਟੀ ਕੋਲੇ ਹੀ ਜਵਾਜ਼ ਹੈ ਕਿ ਕਿਸੇ ਦਾ ਕਾਰਡ ਕੈਂਸਲ ਕਰਨਾ, ਕਿਸੇ ਦਾ ਕਾਰਡ ਰੱਖਣਾ। ਠੀਕ ਹੋ ਗਿਆ। ਬੰਦਾ ਜਦੋਂ ਕਿਸੇ ਨੂੰ ਬੁਲਾਉਂਦਾ ਹੈ ਤਾਂ ਉਸਦੀ ਰਿਕੁਆਇਰਮੈਂਟ ਹੁੰਦੀ ਹੈ ਉਹ ਪੂਰੀ ਕਰਦਾ ਹੈ, ਔਰ ਉਸਦੀ ਮਿਸਿਸ ਵੀ ਰਿਕੁਆਇਰਮੈਂਟ ਜਾਂ ਹਸਬੈਂਡ ਪੂਰੀ ਕਰਕੇ ਸਪੇਨ ਦੇ ਵਿੱਚ ਆਉਂਦਾ ਹੈ। ਔਰ ਜਦੋਂ ਕਾਰਡ ਕੈਂਸਲ ਹੋਵੇਗਾ ਤਾਂ ਉਹ ਵੀ ਰਿਕੁਆਇਰਮੈਂਟ ਮੀਟ ਨਾ ਕਰਨ ਦੀ ਵਜ੍ਹਾ ਤੋਂ ਹੋਵੇਗਾ। ਉਹਦੇ ਵਿੱਚ ਦੋ ਆਪਸ਼ਨਸ ਹੁੰਦੀਆਂ ਨੇ ਹੈ, ਕਾਰਡ ਕੈਂਸਲ 'ਚ ਕਈਆਂ 'ਚ ਹੋ ਜਾਂਦਾ, ਕਈਆਂ 'ਚ ਨਹੀਂ ਹੁੰਦਾ। ਉਹਦਾ ਕੀ ਤਰੀਕਾਕਾਰ ਹੈ? ਕਿਉਂਕਿ ਜਦੋਂ ਇੱਥੇ ਆ ਕੇ ਇਸ਼ੂਜ਼ ਬਣਦੇ ਨੇ ਤਾਂ ਫਿਰ ਦੂਜੀ ਪਾਰਟੀ ਦਾ ਦਿਲ ਹੁੰਦਾ ਹੈ ਕਿ ਇਹ ਹੁਣ ਸਪੇਨ 'ਚ ਨਾ ਰਹੇ, ਪਿੱਛੇ ਜਾਏ ਹੈ, ਕਿਉਂਕਿ ਸਾਡੀ ਵਜ੍ਹਾ ਤੋਂ ਸਪੇਨ 'ਚ ਆਇਆ। ਤੇ ਉਹਦਾ ਤਰੀਕਾਕਾਰ ਵੀ ਆਵੇ ਕਿ ਅਥਾਰਟੀਜ਼ ਨੂੰ ਉਹ ਜਾ ਕੇ ਦੱਸਣਾ ਪੈਂਦਾ ਹੈ। ਠੀਕ ਹੋ ਗਿਆ। ਅਗਰ ਅਥਾਰਟੀਜ਼ ਫੈਸਲਾ ਕਰਦੇ ਇਸ ਦਾ ਕਾਰਡ ਰੱਖਣਾ ਨਹੀਂ ਰੱਖਣਾ, ਹੁਣ ਬੰਦਾ ਇਹ ਸਮਝਦਾ ਕਿ ਮੇਰਾ ਕਾਰਡ ਵੈਲਿਡ ਹੈ। ਹੁਣ ਪਹਿਲੀ ਸਿਚੁਏਸ਼ਨ ਕੀ ਹੁੰਦੀ ਹੈ? ਪਹਿਲੀ ਸਿਚੁਏਸ਼ਨ ਇਹਦੇ 'ਚ ਇਹ ਹੁੰਦੀ ਹੈ ਕਿ ਆਏ ਬੀਵੀ ਹਾਈ ਜਾਂ ਹਸਬੈਂਡ ਸਪੇਨ ਦੇ ਵਿੱਚ ਆਇਆ ਔਰ ਆ ਕੇ ਉਹਨਾਂ ਨੂੰ 2 ਸਾਲ ਕੰਪਲੀਟ ਨਹੀਂ ਹੋਏ, 6 ਮਹੀਨੇ ਬਾਅਦ ਉਹਨਾਂ ਦੇ ਇਸ਼ੂ ਬਣ ਗਏ, ਸਾਲ ਬਾਅਦ ਬਣ ਗਏ, 1.5 ਸਾਲ ਬਾਅਦ ਬਣ ਗਏ। ਠੀਕ ਹੋ ਗਿਆ। ਬੇਬੀ ਨੂੰ ਛੱਡ ਕੇ ਚਲੀ ਗਈ ਕਿਸੇ ਹੋਰ ਜਗ੍ਹਾ ਤੇ ਕੰਮ ਕਰ ਰਹੀ, ਉਹ ਸਮਝਦੀ ਕਿ ਮੇਰਾ ਕਾਰਡ ਹੀ ਹੈ, ਹੋ ਸਕਦਾ ਉਹਦਾ ਕਾਰਡ 2 ਸਾਲ ਮਜ਼ੀਦ ਵੈਲਿਡ ਹੈ। ਉਹ ਸਮਝਦੀ ਮੇਰਾ ਕਾਰਡ ਵੈਲਿਡ ਹੈ, ਮੈਨੂੰ ਇਸ ਦੀ ਜ਼ਰੂਰਤ ਹੀ ਕੋਈ ਨਹੀਂ, ਆਪੇ ਜਦੋਂ ਮੇਰਾ ਕਾਰਡ ਰੀਨਿਊ ਹੋਵੇਗਾ ਤਾਂ ਮੈਂ ਕਰਵਾ ਲਾਂਗੀ, ਮੈਨੂੰ ਇਸ ਦੀ ਜ਼ਰੂਰਤ ਕੋਈ ਨਹੀਂ ਹੈ। ਉਹਦੇ ਵਿੱਚ ਫਿਰ ਤਰੀਕਾਕਾਰ ਕੀ ਹੁੰਦਾ ਹੈ? ਇੱਕ ਤਰੀਕਾਕਾਰ ਹੁੰਦਾ ਜ਼ਾਹਿਰ ਬਾਤ ਹੈ ਜਦੋਂ ਤੁਹਾਡੀ ਉਹ ਬੰਦਾ ਨਾਲ ਦਾ ਤੁਹਾਡੇ ਨਾਲ ਰਹਿ ਰਿਹਾ, ਪਦਰੋਨ ਤੁਹਾਡੇ ਨਾਲ ਹੈ। ਠੀਕ ਹੈ, ਕਿਉਂਕਿ ਹੁਣ ਉਹ ਤੁਹਾਡੇ ਨਾਲ ਨਹੀਂ ਰਹਿ ਰਿਹਾ, ਕਾਨੂੰਨੀ ਤੌਰ ਤੇ ਤੁਸੀਂ ਮਜਾਜ਼ ਨਹੀਂ ਹੈ ਕਿ ਉਸਦੀ ਪਦਰੋਨ ਨੂੰ ਚਲਾਉਣ ਦੇ, ਤੁਸੀਂ ਉਸ ਦਾ ਪਦਰੋਨ ਦਾ ਜਾ ਕੇ ਬਾਹਾ ਦਵੋ ਹੈ। ਠੀਕ ਹੈ, ਬਾਹੇ ਦਾ ਲੈਟਰ ਪਦਰੋਨ ਦਾ ਨਾਲ ਲਵੋ ਹੈ, ਔਰ ਆਪਣਾ ਜਿਹੜਾ ਡਿਵੋਰਸ ਉਹਦਾ ਪ੍ਰੋਸੈਸ ਸ਼ੁਰੂ ਕਰੋ। ਔਰ ਡਿਵੋਰਸ ਦਾ ਪ੍ਰੋਸੈਸ ਜਾਂ ਜਿਹੜਾ ਸੈਪਰਾਸਿਓਨ ਹੋਗੀ ਤੁਹਾਡੀ, ਉਸ ਦਾ ਜਾ ਕੇ ਕੌਮੀ ਸਾਰਿਆਂ ਨੂੰ ਇਨਫੋਰਮ ਕਰੋ। ਇੱਥੇ ਥਾਣਾ ਜਿਹੜਾ ਸੰਹੀਰੇ ਦਾ ਡਿਪਾਰਟਮੈਂਟ ਹੈ, ਉੱਥੇ ਜਾ ਕੇ ਇਨਫੋਰਮ ਕਰੋ ਕਿ ਅਸੀਂ ਇਹ ਮੇਰੀ ਬੀਵੀ ਸੀ, ਇਹ ਮੇਰਾ ਹਸਬੈਂਡ ਸੀ, ਅਸੀਂ ਹੁਣ ਵੱਖਰੇ ਵੱਖਰੇ ਹੋ ਗਏ ਹਾਂ, ਇਹ ਸਾਡਾ ਪਦਰੋਨਾਮਾ ਦਾ ਲੈਟਰ ਸੀ ਖਤਮ ਹੋ ਗਿਆ, ਅੱਜ ਤੋਂ ਬਾਅਦ ਸਾਡਾ ਆਪਸ ਵਿੱਚ ਕੋਈ ਤਲਕ ਨਹੀਂ ਹੈ। ਠੀਕ ਹੋ ਗਿਆ।
ਇਹਦਾ ਫਿਰ ਇਹ ਹੁੰਦਾ ਕਿ ਜਦੋਂ ਕੋਈ ਵੀ ਬੰਦਾ ਫੈਮਿਲੀ ਬੇਸ 'ਤੇ ਸਪੇਨ 'ਚ ਆਉਂਦਾ ਤੇ ਉਹ ਹਸਬੈਂਡ ਤੇ ਜਾਂ ਵਾਈਫ ਤੇ ਡਿਪੈਂਡੈਂਟ ਹੋ ਕੇ ਆਉਂਦਾ ਹੈ, ਔਰ ਉਸਦੀ ਰਿਨਿਊਬਲ ਡਿਪੈਂਡੈਂਟ ਹਸਬੈਂਡ ਤੇ ਹੁੰਦੀ ਹੈ। ਨਾਰਮਲੀ ਤੌਰ 'ਤੇ ਬੰਦੇ ਇਸ ਨੂੰ ਲੈ ਕੇ ਚੱਲਦੇ ਰਹਿੰਦੇ ਨੇ, ਲੇਕਿਨ ਜਦੋਂ ਰਿਨਿਊਬਲ ਟਾਈਮ ਆਉਂਦਾ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਮੇਰਾ ਤੇ ਕਾਰਡ ਹੀ 2 ਸਾਲ ਪਹਿਲੇ ਖ਼ਤਮ ਹੋ ਗਿਆ ਸੀ। ਐਕਸਟਰਨਹੇਰੀਆ ਕਹਿੰਦੀ ਤੇਰਾ ਤੇ ਕਾਰਡ ਹੀ 2 ਸਾਲ ਪਹਿਲੇ ਖ਼ਤਮ ਹੋ ਗਿਆ ਸੀ, ਠੀਕ ਹੋ ਗਿਆ। ਫਿਰ ਉਹ ਐਕਸਟਰਨਹੇਰੀਆ ਨੂੰ ਜਦੋਂ ਇਨਫਾਰਮ ਹੋ ਜਾਂਦਾ ਹੈ, ਬੰਦਾ ਉਹਨਾਂ ਦੇ ਹੱਥ ਨਹੀਂ ਆਉਂਦਾ ਜਾਂ ਉਹ ਬੰਦੇ ਨੂੰ ਢੂੰਡਦੇ ਹੀ ਨਹੀਂ, ਉਹ ਬਾਅਦ 'ਚ ਚੱਲਦਾ ਰਹਿੰਦਾ ਕਾਰਡ, ਤੇ ਬੰਦਾ ਇਹੀ ਸਮਝਦਾ ਕਿ ਮੇਰਾ ਕਾਰਡ ਵੈਲਿਡ ਹੈ, ਠੀਕ ਹੋ ਗਿਆ। ਉਹ ਲੇਕਿਨ ਵੈਲਿਡ ਨਹੀਂ ਹੁੰਦਾ। ਉਹ ਹਾਲਾਂਕਿ ਪਾਕਿਸਤਾਨ ਆਉਂਦਾ ਜਾਂਦਾ ਵੀ ਰਹਿੰਦਾ, ਏਅਰਪੋਰਟ ਤੋਂ ਵੀ ਆਜ ਨਿਕਲ ਆਉਂਦਾ, ਤੇ ਉਹ ਬੰਦਾ ਫਿਰ ਐਸੇ ਵਹਿਮ 'ਚ ਹੁੰਦਾ ਕਿ ਮੇਰਾ ਕਾਰਡ ਵੈਲਿਡ ਹੈ, ਠੀਕ ਹੋ ਗਿਆ। ਮੈਕਸੀਮਮ ਤੁਸੀਂ ਇਹ ਹੀ ਕਰ ਸਕਦੇ ਹੋ। ਜਿਹੜਾ ਕਾਨੂੰਨੀ ਤਰੀਕਾ ਹੈ ਕਿ ਤੁਸੀਂ ਐਕਸਟਰਨਹੇਰੀਆ ਨੂੰ ਜਾ ਕੇ ਇਨਫੋਰਮ ਕਰ ਦਿਓ, ਔਰ ਐਕਸਟਰਨਹੇਰੀਆ ਜਾਣੇ, ਉਸ ਤੋਂ ਬਾਅਦ ਉਹ ਬੰਦਾ ਜਾਂ ਬੰਦੀ ਜਾਣੇ ਆ, ਠੀਕ ਹੋ ਗਿਆ। ਜਿਹਨਾਂ ਲੋਕਾਂ ਦੇ ਮਸਲੇ ਬਣਦੇ ਨੇ ਉਹਨਾਂ ਨੂੰ ਦੂਸਰੀ ਆਪਸ਼ਨ ਯੂਜ਼ ਕਰਨੀ ਚਾਹੀਦੀ ਹੈ। ਉਹਦੇ ਵਿੱਚ ਇਹ ਵੇ, ਅਗਰ ਤੁਹਾਨੂੰ 2 ਸਾਲ ਤੋਂ ਜ਼ਿਆਦਾ ਸਪੇਨ ਵਿੱਚ ਹੋ ਗਏ ਨੇ, ਤੁਸੀਂ ਸਪੇਨ ਦੇ ਵਿੱਚ ਆਏ ਹੋ ਔਰ ਤੁਹਾਡਾ ਐਸਾ ਦਾ ਇਸ਼ੂ ਬਣ ਗਿਆ, ਤੁਸੀਂ ਘਰ ਛੱਡ ਕੇ ਚਲੇ ਗਏ ਹੋ, ਤੇ ਤੁਸੀਂ ਜਾ ਕੇ ਖੁਦ ਐਕਸਟਰਨਹੇਰੀਆ ਨੂੰ ਅਵਿਸਾਰ ਕਰ ਛੱਡੋ ਕਿ ਠੀਕ ਹੈ ਜੀ ਸਾਡਾ ਇਸ਼ੂ ਬਣ ਗਿਆ, ਇਸ ਤੋਂ ਬਾਅਦ ਕਿ ਹਸਬੈਂਡ ਅਵਿਸਾਰ ਕਰੀ, ਜਾਂ ਉਸ ਤੋਂ ਬਾਅਦ ਅਵਿਸਾਰ ਕਰ ਛੱਡੋ ਕਿ ਇਸ ਡੇਟ ਤੋਂ ਸਾਡਾ ਅਸੀਂ ਹੁਣ ਵੱਖੋ ਵੱਖ ਹੋ ਗਏ ਹਾਂ, ਸਾਡਾ ਕੋਈ ਲੈਣ ਦੇਣ ਨਹੀਂ ਹੈ। ਫਿਰ ਐਕਸਟਰਨਹੇਰੀਆ ਤੁਹਾਨੂੰ 3 ਮਹੀਨੇ ਦਾ ਟਾਈਮ ਦੇਗੀ, ਉਹ ਆਖੇਗੀ ਠੀਕ ਹੈ ਜੀ ਤੁਸੀਂ 2 ਸਾਲ ਦੇ ਕਾਨੂੰਨ 'ਤੇ ਪੂਰਾ ਹੋ ਤਾਂ ਦੇਖੋ ਕਿ ਤੁਸੀਂ 2 ਸਾਲ ਇਕੱਠੇ ਰਹੇ ਹੋ ਸਪੇਨ ਦੇ ਵਿੱਚ ਆ ਕੇ ਆਪਣੇ ਪਰੇ ਖਾਸ ਦੇ ਨਾਲ, ਹੁਣ ਤੁਹਾਡੇ ਕੋਲ ਰਾਈਟ ਹੈ ਸਪੇਨ 'ਚ ਰਹਿਣ ਦਾ, ਲੇਕਿਨ ਉਹਦੇ ਵਾਸਤੇ ਤੁਸੀਂ ਕੰਮ ਦਾ ਕੰਟਰੈਕਟ 3 ਮਹੀਨੇ ਦੇ ਅੰਦਰ ਅੰਦਰ ਲੈ ਕੇ ਆਓ, ਔਰ ਉਹ ਲੈ ਕੇ ਤੁਸੀਂ ਐਕਸਟਰਨਹੇਰੀਆ 'ਚ ਸਬਮਿਟ ਕਰੋਗੇ, ਔਰ ਉਸ ਤੋਂ ਬਾਅਦ ਐਕਸਟਰਨਹੇਰੀਆ ਤੁਹਾਡਾ ਕਾਰਡ ਚੇਂਜ ਕਰਕੇ ਤੁਹਾਨੂੰ ਤੁਹਾਡੇ ਨਾਂ ਦਾ ਕਾਰਡ ਦੇ ਦੇਗਾ, ਔਰ ਉਸ ਦੀ ਬੇਸ 'ਤੇ ਤੁਸੀਂ ਕੱਲ੍ਹ ਨੂੰ ਨਵਾਂ ਕੋਈ ਸ਼ਾਦੀ ਕਰਦੇ ਹੋ ਤਾਂ ਉਸ ਨੂੰ ਬੀਵੀ ਹਸਬੈਂਡ ਨੂੰ ਬੁਲਾ ਸਕਦੇ ਹੋ, ਔਰ ਆਪਣੇ ਨਾਂ 'ਤੇ ਤੁਸੀਂ ਕੰਮ ਕਰ ਸਕਦੇ ਹੋ, ਤੁਸੀਂ ਆਜ਼ਾਦ ਹੋ ਜਾਂਦੇ ਹੋ, ਠੀਕ ਹੋ ਗਿਆ। ਲੇਕਿਨ ਜਿਹੜੇ ਬੰਦੇ ਨੂੰ 2 ਸਾਲ ਨਹੀਂ ਹੁੰਦੇ, ਜਦੋਂ ਐਕਸਟਰਨਹੇਰੀਆ ਨੂੰ ਪਤਾ ਲੱਗੇਗਾ ਤਾਂ ਐਕਸਟਰਨਹੇਰੀਆ ਫਿਰ ਉਹਨਾਂ ਨੂੰ ਅਗਰ ਤੇ ਉਹ ਨੋਟੀਫਾਈ ਕਰ ਸਕਦੇ ਤਾਂ ਨੋਟੀਫਾਈ ਕਰ ਦੇਣਗੇ ਕਿ ਠੀਕ ਹੈ ਜੀ ਤੁਸੀਂ, ਕਿਉਂਕਿ ਕਾਨੂੰਨ ਤੇ ਪੂਰਾ ਨਹੀਂ ਉਤਰਦਾ ਤੁਹਾਡਾ, ਤਰੀਕਾ ਦੇ ਬਾਅਦ ਅਸੀਂ ਕਾਰਡ ਕੈਂਸਲ ਕਰ ਰਹੇ ਹਾਂ, ਔਰ ਤੁਸੀਂ ਅੱਜ ਤੋਂ ਬਾਅਦ ਇਲੀਗਲ ਹੋ, ਤੁਸੀਂ ਆਪਣੀ ਰਾਈਗੋ ਪੂਰੀ ਕਰੋ। ਫਿਰ ਉਹਨਾਂ ਕੋਲ ਇੱਕ ਹੀ ਆਪਸ਼ਨ ਬਚਦੀ ਹੈ ਕਿ ਉਹ ਆਪਣੀ ਰਾਈਗੋ ਪੂਰੀ ਕਰਨ 3 ਸਾਲ ਦਾ ਜਾਂ 2 ਸਾਲ ਦੀ ਬੇਸ ਉੱਤੇ, ਔਰ ਉਸ ਦੀ ਬੇਸ 'ਤੇ ਕੱਲ੍ਹ ਨੂੰ ਨਵਾਂ ਕਾਰਡ ਅਪਲਾਈ ਕਰਨਾ ਹੈ, ਠੀਕ ਹੋ ਗਿਆ ਜੀ। ਇਸ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਹੁੰਦੀ। ਜਾਂ ਰਾਈਗੋ ਵਾਲੀ ਆਪਸ਼ਨ ਹੈ 3 ਸਾਲਾਂ ਜਾਂ 2 ਸਾਲਾਂ ਬੇਸ 'ਤੇ, ਅਗਰ ਉਹਨਾਂ ਦੇ 6 ਮਹੀਨੇ ਕੰਮ ਕੀਤੇ ਆ ਲੀਗਲ ਬੇਸ 'ਤੇ ਕਾਰਡ ਖਤਮ ਹੋਣ ਤੋਂ ਪਹਿਲੇ, ਜਿਹੜਾ ਐਕਸਟਰਨਹੇਰੀਆ 'ਚ ਜਿਹੜੀ ਡੇਟ ਜਾਣੀ ਹੈ ਉਹ ਡੇਟ ਹੋਣੀ ਹੈ, ਇਹ ਨਹੀਂ ਕਿ ਜਿਹੜਾ ਕਾਰਡ ਮੁੱਕਣਾ ਉਹ ਡੇਟ ਹੋਣੀ ਹੈ। ਅਗਰ ਹਸਬੈਂਡ ਨੇ ਅਵਿਸਾਰ ਕਰ ਛੱਡਿਆ ਐਕਸਟਰਨਹੇਰੀਆ ਨੂੰ, ਐਕਸਟਰਨਹੇਰੀਆ ਤੁਹਾਡਾ ਕਾਰਡ ਕੈਂਸਲ ਕਰ ਛੱਡਿਆ ਸਿਸਟਮ ਦੇ ਵਿੱਚ। ਮੇਰੇ ਕੋਲ ਇੱਕ ਲੜਕਾ ਸੀ, ਉਸਨੇ ਮੈਨੂੰ ਕਾਲ ਕੀਤੀ ਸੀ, ਉਸਦਾ ਵੀ ਇਹ ਸੇਮ ਇਸ਼ੂ ਸੀ, ਤੇ ਉਹ ਜਦੋਂ ਰੀਨਿਊ ਕਰਵਾਉਣ ਗਿਆ ਸੀ ਤੇ ਉਹਨੂੰ ਉਹਨਾਂ ਕਿਹਾ ਸੀ ਕਿ ਤੇਰਾ 2 ਸਾਲ ਪਹਿਲੇ ਦਾ ਕਾਰਡ ਖਤਮ ਹੋ ਗਿਆ ਜਾਂ 1.5 ਸਾਲ ਪਹਿਲੇ ਦਾ ਕਾਰਡ ਖਤਮ ਹੋ ਗਿਆ, ਤੇ ਹੱਕ ਹੀ ਨਹੀਂ ਹੈ ਹੁਣ ਡਾਕੂਮੈਂਟਸ ਜਮ੍ਹਾਂ ਕਰਾਉਣ ਦਾ, ਠੀਕ ਹੋ ਗਿਆ ਜੀ। ਹੈ ਤੇ ਉਹ ਅਗਰ ਉਸ ਡੇਟ ਤੋਂ ਪਹਿਲੇ 6 ਮਹੀਨੇ ਦਾ ਕੰਮ ਉਹਨਾਂ ਨੇ ਕੀਤੇ ਹੈ ਤੇ ਫਿਰ ਉਹ ਰਾਈਗੋਲ ਲਾਬੋਰਾਲ 2 ਸਾਲਾ ਬੇਸ 'ਤੇ ਜਮ੍ਹਾਂ ਕਰਾ ਲੈਣਗੇ, ਨਹੀਂ ਤੇ ਰਾਈਗੋਲ ਦਾ ਸੋਸ਼ਲ 3 ਸਾਲਾ ਬੇਸ 'ਤੇ ਜਮ੍ਹਾਂ ਕਰਾਉਣਗੇ। ਇਸ ਗੱਲ ਪਰੇਸ਼ਾਨ ਨਾ ਹੋਵੇ ਕਰੋਗੇ, ਕਿਸੇ ਨਾਲ ਹੱਥ ਹੋ ਗਿਆ ਤੇ ਉਹ ਬਸ ਜਾ ਕੇ ਐਕਸਟਰਨਹੇਰੀਆ ਨੂੰ ਇਨਫੋਰਮ ਕਰਨਾ ਹੈ, ਠੀਕ ਹੈ। ਉਸ ਤੋਂ ਬਾਅਦ ਅਗਰ ਉਹਨਾਂ ਦੀ ਡਿਵੋਰਸ ਹੋ ਜਾਂਦੀ, ਡਿਵੋਰਸ ਸਰਟੀਫਿਕੇਟ ਵੀ ਲੈ ਕੇ ਜਾ ਕੇ ਦੇ ਦੇਣ ਕਿ ਇਸ ਡੇਟ ਨੂੰ ਅਸੀਂ ਸਟਾਰਟ ਕੀਤੀ ਸੀ ਡਿਵੋਰਸ, ਇਸ ਡੇਟ ਨੂੰ ਹੋ ਗਈ ਹੈ, ਔਰ ਉਹ ਵੀ ਐਕਸਟਰਨਹੇਰੀਆ ਨੂੰ ਦੇ ਦੇਣ, ਫਿਰ ਉਹ ਪੱਕਾ ਕੰਮ ਹੋ ਜਾਏਗਾ। ਔਰ ਦੂਜੀ ਪਾਰਟੀ ਜੋ ਮਰਜ਼ੀ ਵੀ ਜ਼ੋਰ ਲੈ ਡਾਕੂਮੈਂਟਸ ਜਦੋਂ ਵੀ ਨਾ ਰੀਨਿਊ ਕਰਵਾਉਣ ਜਾਣੇ ਨੇ, ਉਸ ਟਾਈਮ ਉਹਨਾਂ ਫੜਿਆ ਜਾਣੇ, ਔਰ ਐਕਸਟਰਨਹੇਰੀਆ ਨੇ ਉਹਨਾਂ ਨੂੰ ਕਹਿ ਦੇਣਾ ਕਿ ਤੁਹਾਡਾ ਤਾਂ 1.5 ਸਾਲ ਪਹਿਲੇ, ਸਾਲ ਪਹਿਲੇ ਜਾਂ 2 ਸਾਲ ਪਹਿਲੇ ਕਾਰਡ ਰਿਜੈਕਟ ਹੋ ਗਿਆ, ਤਾਂ ਹੁਣ ਨਵਾਂ ਰਾਈਗੋ ਸੋਸ਼ਲ ਅਪਲਾਈ ਕਰੋ ਹੈ, ਠੀਕ ਹੋ ਗਿਆ ਜੀ। ਹੈ ਬਾਕੀ ਜੀਵਨ ਦੇ ਵਾਸਤੇ ਰਹੋ, ਆਬਾਦ ਰਹੋ, ਅੱਲਾਹ ਪਾਕ ਸਭ ਦੀਆਂ ਜ਼ਿੰਦਗੀਆਂ ਆਸਾਨ ਕਰੇ ਹੈ ਤੇ ਮਸਾਇਲ ਹੱਲ ਕਰੇ। ਓਕੇ, ਅੱਲਾਹ ਹਾਫਿਜ਼।